ਤੋਂ ਪਹਿਲਾਂ ਇੱਕ ਵੱਡੀ ਖਬਰ ਆਈ ਹੈ। ਵੱਡੀ ਖਬਰ ਜੇਲ੍ਹ ਤੋਂ ਹੈ, ਰਾਮ ਰਹੀਮ ਦੇ ਨਾਲ ਜੁੜੀ ਹੋਈ ਹੈ ਤੇ ਉਸ ਸ਼ਖਸ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦਾ ਚੰਗਾ ਆਧਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੈ। ਫਾਲੋਅਰਸ ਉਹਨਾਂ ਦੇ ਹੈਗੇ ਨੇ ਤੇ ਵੋਟਾਂ ਦੇ ਉੱਤੇ ਅਸਰ ਸਾਫ਼ ਤੌਰ ਤੇ ਨਜ਼ਰ ਇਸ ਵਾਰ ਆ ਸਕਦਾ ਹੈ ਇਸ ਫਰਲੋ ਦਾ। ਤੇ ਵੱਡੀ ਖਬਰ ਨਾਲ ਸ਼ੁਰੂਆਤ ਹੈ। ਕਿਸੇ ਵੀ ਵੇਲੇ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਰਾਮ ਰਹੀਮ। ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਜ਼ਬਰਦਸਤ ਹਲਚਲ ਹੈ। ਇਸ ਸਮੇਂ ਸੁਨਾਰੀਆ ਜੇਲ੍ਹ ਦੇ ਬਾਹਰ ਵਧਾਈ ਗਈ ਹੈ ਸੁਰੱਖਿਆ। ਰੋਹਤਕ ਪੀਜੀਆਈ ਦੇ ਵਿੱਚ ਰਾਮ ਰਹੀਮ ਦਾ ਮੈਡੀਕਲ ਚੈੱਕਅਪ ਹੋਵੇਗਾ ਤੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਗੁਰੂਗ੍ਰਾਮ ਰਾਮ ਰਹੀਮ ਨੂੰ ਭੇਜਿਆ ਜਾਵੇਗਾ। ਤਾਂ 21 ਦਿਨ ਦੀ ਫਰਲੋ ਦਿੱਤੀ ਗਈ ਹੈ ਔਰ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਲੈਕਸ਼ਨ 20 ਤਰੀਕ ਨੂੰ 20 ਤਰੀਕ ਤੋਂ ਪਹਿਲਾਂ ਰਾਮ ਰਹੀਮ ਜੇਲ੍ਹ ਤੋਂ ਬਾਹਰ। ਤੁਹਾਨੂੰ ਯਾਦ ਹੋਏਗਾ ਇੱਕ ਵੱਡਾ ਇਕੱਠ ਹੋਇਆ ਸੀ ਸਲਾਬਤਪੁਰਾ ਦੇ ਵਿੱਚ ਤੇ ਉਸ ਸਮੇਂ ਗੁਰਮੀਤ ਰਾਮ ਰਹੀਮ ਦੀ ਭੇਜੀ ਗਈ ਚਿੱਠੀ ਨੂੰ ਪੜ੍ਹ ਕੇ ਉਹਨਾਂ ਦੇ ਸ਼ਰਧਾਲੂਆਂ ਨੂੰ ਸੁਣਾਇਆ ਗਿਆ ਸੀ ਤੇ ਉਹ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਰਾਮ ਰਹੀਮ ਦੇ ਵੱਲੋਂ ਕਿ ਜੇ ਪਰਮਾਤਮਾ ਨੇ ਚਾਹਿਆ ਤਾਂ ਜਲਦ ਤੁਹਾਡੇ ਸਭ ਦੇ ਦਰਸ਼ਨ ਹੋਣਗੇ। ਤਾਂ ਇਲੈਕਸ਼ਨ ਤੋਂ ਪਹਿਲਾਂ ਹੀ ਦਰਸ਼ਨ ਹੋ ਰਹੇ ਨੇ ਔਰ ਸਵਾਲ ਇਹ ਵੀ ਹੈ ਕਿ ਇਲੈਕਸ਼ਨ ਦੇ ਨਾਲ ਇਸ ਨੂੰ ਜੋੜਿਆ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆਧਾਰ ਰੱਖਦਾ ਹੈ ਡੇਰਾ ਔਰ ਖਾਸ ਤੌਰ ਤੇ ਸਲਾਬਤਪੁਰਾ ਦੇ ਵਿੱਚ ਇਕੱਠ ਕੀਤਾ ਗਿਆ ਸੀ। ਵੱਡੀ ਗਿਣਤੀ ਦੇ ਵਿੱਚ ਜਿਹੜੇ ਡੇਰੇ ਦੇ ਫਾਲੋਅਰਸ ਨੇ ਉੱਥੇ ਇਕੱਠੇ ਹੋਏ ਸਨ ਤੇ ਉਸ ਤੋਂ ਬਾਅਦ ਇਹ ਇੱਕ ਸਿੱਧਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਡੇਰੇ ਦੇ ਨਾਲ ਅੱਜ ਵੀ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜੁੜੇ ਹੋਏ ਨੇ ਜੋ ਸਿੱਧੇ ਤੌਰ ਦੇ ਉੱਤੇ ਇਲੈਕਸ਼ਨ ਦੇ ਵਿੱਚ ਕਿਸੇ ਪਾਰਟੀ ਨੂੰ ਪ੍ਰਭਾਵਿਤ ਕਰ ਸਕਦੇ ਨੇ। ਡੇਰੇ ਦੇ ਵੱਲੋਂ ਸਮੇਂ ਦੇ ਉੱਤੇ ਜਿਹੜੀਆਂ ਪਹਿਲਾਂ ਇਸ ਤੋਂ ਇਲੈਕਸ਼ਨ ਹੋਈਆਂ ਨੇ ਉਸ ਸਮੇਂ ਜਿਹੜੀ ਖੁੱਲ੍ਹ ਕੇ ਇੱਕ ਪਾਰਟੀ ਦੀ ਹਮਾਇਤ ਕੀਤੀ ਗਈ ਹੈ ਪਰ ਇਸ ਵਾਰ ਕਿ ਡੇਰੇ ਦੇ ਵੱਲੋਂ ਕਿਸੇ ਪਾਰਟੀ ਦੀ ਹਮਾਇਤ ਕੀਤੀ ਜਾਂਦੀ ਹੈ ਕਿ ਇਹ ਕਿਸੇ ਪਾਰਟੀ ਦੇ ਲਈ ਵੱਡਾ ਝਟਕਾ ਹੋ ਸਕਦਾ ਹੈ ਕਿ ਡੇਰੇ ਦੇ ਸਮਰਥਕ ਇੱਕ ਪਾਸੇ ਭੁਗਤ ਜਾਣ ਤਾਂ ਫਿਰ ਜਿਹੜੀ ਪਾਰਟੀ ਸੋਚ ਰਹੀ ਹੈ ਕਿ ਸਾਡੀ ਹਵਾ ਹੈ ਤੇ ਉਹਨਾਂ ਨੂੰ ਜਾ ਕੇ ਕੋਈ ਨੁਕਸਾਨ ਵੋਟਾਂ ਦੇ ਵਿੱਚ ਹੋ ਜਾਵੇ। ਖੈਰ ਇਹ ਸਭ ਕੁਝ ਜ਼ਰੂਰ ਚਰਚਾ ਦਾ ਵਿਸ਼ਾ ਹੈ। ਇਸ ਦੇ ਉੱਤੇ ਅਸੀਂ ਲਗਾਤਾਰ ਗੱਲਬਾਤ ਕਰਦੇ ਰਹਾਂਗੇ ਪਰ ਪਹਿਲਾਂ ਰੁਕ ਕਰਦੇ ਹਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਰੋਹਤਕ ਸੁਨਾਰੀਆ ਜੇਲ੍ਹ ਦੇ ਬਾਹਰ। ਇਸ ਸਮੇਂ खूब हलचल है। धीरेन्द्र चौधरी साडे सहयोगी उठों इस समय साडे नाल जुड़ रहे हैं। धीरेन्द्र बताइए क्या कुछ आपके पास अपडेट? गौरव, सबसे पहला सवाल तो यह है कि गुरमीत राम रहीम सुनारिया जेल से निकलने के बाद कहां जाएंगे, क्योंकि कयास लगाए जा रहे हैं क्या वो सिरसा डेरा जाएंगे। लेकिन हम अपने दर्शकों को बता देंगे कि अब से थोड़ी देर पहले गुरुग्राम पुलिस की 3 गाड़ियां जेल परिसर के अंदर दाखिल हुई हैं तो इससे अंदाजा लगाया जा सकता है कि राम रहीम को सिरसा की बजाय गुरुग्राम लेकर जाया जा सकता है। जहां तक गुरमीत राम रहीम के राजनीतिक दखल की बात है, गौरव मैं आपको बताना चाहूंगा कि डेरा सच्चा सौदा में बाकायदा एक राजनीतिक विंग है जो चुनाव के अंदर किस पार्टी को समर्थन देना है, किसको वोट देने हैं, सिर्फ पार्टी नहीं कैंडिडेट को लेकर भी डेरा के अंदर ये निर्देश जारी किए जाते हैं। और आज से पहले पंजाब की सियासत के बड़े बड़े सूरमा डेरा सच्चा सौदा के सामने डेरे के अंदर जाकर बाबा के सामने नतमस्तक होते हुए सबने देखे हैं। सिर्फ पंजाब नहीं, हरियाणा, उत्तर प्रदेश और केंद्र के भी कई मंत्री, यूपीए की बात हो या एनडीए की बात हो, डेरा सच्चा सौदा के अंदर जाकर आशीर्वाद लेते नजर आते हैं। तो इससे इनकार नहीं किया जा सकता कि पंजाब की सियासत में बाबा कोई न कोई डायरेक्शन अपने भक्तों को जरूर देंगे कि किस पार्टी को समर्थन करना है। गौरव बिल्कुल ਤਾਂ ਇੱਕ ਖੁੱਲੇ ਤੌਰ ਦੇ ਉੱਤੇ ਕਿਹਾ ਜਾਂਦਾ ਜਾਂ ਨਹੀਂ ਕਿਹਾ ਜਾਂਦਾ। ਡੇਰੇ ਦੇ ਵੱਲੋਂ ਇੱਕ ਵੱਡਾ ਸਵਾਲ ਹੈ ਕਿ ਕਿਸ ਨੂੰ ਸਮਰਥਨ ਦਿੱਤਾ ਜਾਵੇ ਜਾਂ ਕਿਸ ਨੂੰ ਸਮਰਥਨ ਨਾ ਦਿੱਤਾ ਜਾਵੇ, ਕਿਸ ਦੇ ਹੱਕ ਦੇ ਵਿੱਚ वोटां पाइयां जाना एक बड़ा सवाल है। धीरेन्द्र आप ये भी बताइए कि कितनी देर में वहां से गुरमीत राम रहीम बाहर आ सकता है और जो आपने भी जिक्र किया कि लोग सबसे पहले यही जानना चाहते हैं कि राम रहीम कहां जाएगा सबसे पहले, क्या गुरुग्राम या फिर रोहतक पीजीआई या फिर, और बड़ा सवाल यह भी है कि सिरसा जो डेरा है वहां पर कब पहुंचेगा, कब वहां पर रुक करेगा? आपके पास कोई जानकारी अभी तक? देखिए, जानकारी जो हमें सूत्रों के हवाले से मिली है गुरुग्राम में जाने की ज्यादा संभावना है और आपको तस्वीरें भी दिखाते हैं जेल परिसर के बाहर की कि कई नाके लगा दिए गए हैं। और आज जैसे ही राम रहीम की फरलों को लेकर कुछ कागजी कार्रवाई थी वो पूरी की जा रही है। लेकिन आज जितने भी मुलाकाती थे जेल के बंदियों से मिलने के, उनके जो रिश्तेदारों को आना था वो मुलाकात आज बंद कर दी गई और जेल परिसर के आसपास आप देखिए कि बैरिकेडिंग लगा दी गई है और किसी भी वक्त राम रहीम
जेल से बाहर आएंगे और संभावना ज्यादा यह है कि वो गुरुग्राम जाएंगे, क्योंकि गुरुग्राम पुलिस की 3 गाड़ियां अब से थोड़ी देर पहले जेल परिसर के अंदर दाखिल हुई है और जो हमें सूत्रों के हवाले से जानकारी मिली थी उसके मुताबिक गुरुग्राम ही राम रहीम को रखा जाएगा और जो 21 दिन की इनकी जो फरलो है उस पर कुछ कंडीशन भी लगाई गई है कि राम रहीम पुलिस सिक्योरिटी में ही रहेंगे, यानी कि खुलेआम शायद अपने भक्तों से वो नहीं मिल पाए। लेकिन बड़ा सवाल ये है कि जब चुनाव चल रहे हैं उस दौरान राम रहीम को फरलो मिलना कहीं ना कहीं राजनीतिक तो नहीं है। राजनीतिक इसलिए क्योंकि इससे पहले 4 साल के दरमियान राम रहीम कई बार पैरोल के लिए आवेदन कर चुके हैं, लेकिन हर बार रिजेक्ट कर दिया जाता था और उसका आधार बनाया जाता था कि कानून व्यवस्था के लिहाज से ये सही नहीं है, क्योंकि सिरसा जिला प्रशासन की तरफ से एक रिपोर्ट दाखिल की जाती थी कि अगर राम रहीम जेल से बाहर आते हैं, डेरा में आते हैं, तो क्या कानून व्यवस्था को लेकर कोई दिक्कत होगी, लेकिन हर बार मना कर दिया जाता था। लेकिन अब सवाल ये उठता है कि जब राम रहीम फरलो पे आएंगे तो क्या कानून व्यवस्था में किसी तरह की कोई दिक्कत नहीं होगी? क्यों क्लीन चिट दी गई है राम रहीम की फरलो को लेकर कि कानून व्यवस्था सब सुचारू रहेगी? ये एक बड़ा सवाल है। अब देखना यह है कि पंजाब की राजनीति पर राम रहीम के बाहर आने का क्या असर होगा। गौरव, ठीक है धीरेन्द्र, मैं ये भी जानना चाहता हूं कि क्या डेरे के कुछ वहां पर जो उनके फॉलोअर्स हैं या फिर डेरे के जो प्रबंधक हैं, क्या वो सुनारिया जेल पहुंचे हैं? देखिए, सुनारिया जेल के अंदर राम रहीम के वकील हैं। हालांकि इक्का दुक्का समर्थक जेल परिसर तक पहुंच गए थे, जिसे बाद में पुलिस कर्मचारियों ने यहां से हटा दिया। लेकिन जैसे ही बाबा के बाहर आने की बात सुनी, उसके बाद से लगातार ये मैसेज जगह जगह डिलीवर हो रहे हैं कि राम रहीम किसी भी वक्त जेल से बाहर निकल सकते हैं। अभी जो कागजी औपचारिकताएं हैं वो जेल के अंदर पूरी की जा रही है और उनके पूरी होने के बाद राम रहीम जेल से बाहर आएंगे। फिलहाल उनका अगर मेडिकल चेकअप की बात, ये रूटीन चेकअप होता है और जेल के अंदर भी ये सुविधा है, वो राम रहीम का हो चुका है और अब राम रहीम का इंतजार किया जा रहा है कि जेल से बाहर निकलेंगे, कहां जाएंगे, ये अभी भी सवाल बना हुआ है। गौरव, ठीक है, ਤੁਸੀਂ ਨਜ਼ਰ ਬਣਾਈ ਰੱਖੋ, ਤੁਹਾਡੇ ਤੋਂ ਅੱਗੇ ਵੀ ਅਪਡੇਟ ਲੈਂਦੇ ਰਹਾਂਗੇ। ਸੁਨਾਰੀਆ ਜੇਲ੍ਹ ਤੋਂ ਇਸ ਸਮੇਂ ਸਾਡੇ ਸਹਿਯੋਗੀ ਸਾਨੂੰ ਜਾਣਕਾਰੀ ਦੇ ਰਹੇ ਨੇ ਔਰ ਸੁਨਾਰੀਆ ਜੇਲ੍ਹ ਦੇ ਵਿੱਚ ਰਾਮ ਰਹੀਮ ਉੱਥੇ ਉਸ ਦਾ ਵਕੀਲ ਪਹੁੰਚਿਆ ਹੋਇਆ ਹੈ ਔਰ ਕੁਝ ਸਮਰਥਕ, ਹਾਲਾਂਕਿ ਬਹੁਤ ਵੱਡੀ ਤਾਦਾਦ ਉੱਥੇ ਨਹੀਂ ਹੈ, ਜਿਹੜੇ ਸਮਰਥਕ ਪਹੁੰਚੇ ਨੇ ਲਾਜ਼ਮੀ ਤੌਰ ਤੇ ਡੇਰੇ ਦੇ ਵੱਲੋਂ ਵੀ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਹੋਣਗੀਆਂ ਕਿ ਕੋਈ ਵੀ ਉੱਥੇ ਨਾ ਜਾਵੇ। ਹੋ ਸਕਦਾ ਇਸ ਤਰੀਕੇ ਦੀ ਕੋਈ ਹਦਾਇਤਾਂ ਹੋਣ ਔਰ ਇਹ ਵੀ ਦੇਖਣਾ ਹੋਏਗਾ ਕਿ ਹੁਣ ਡੇਰਾ ਸਿਰਸਾ ਰਾਮ ਰਹੀਮ ਕਦੋਂ ਪਹੁੰਚਦਾ ਹੈ। ਤਾਂ ਬਾਹਰ ਆ ਰਿਹਾ ਰਾਮ ਰਹੀਮ, ਸੁਨਾਰੀਆ ਜੇਲ੍ਹ ਦੇ ਬਾਹਰ ਸੁਰੱਖਿਆ ਨੂੰ ਵਧਾ ਦਿੱਤਾ ਗਿਆ। 3 ਹਫ਼ਤੇ ਯਾਨੀ ਕਿ 21 ਦਿਨ ਦੀ ਇਹ ਫਰਲੋ ਮਿਲੀ ਹੈ ਔਰ ਜੇਲ੍ਹ ਤੋਂ ਬਾਹਰ ਆਉਂਦੇ ਹੀ ਗੁਰੂਗ੍ਰਾਮ ਦਾ ਰੁਖ ਕੀਤਾ ਜਾਏਗਾ। ਗੁਰੂਗ੍ਰਾਮ ਜਾਏਗਾ, ਉਸ ਤੋਂ ਬਾਅਦ ਪਹਿਲਾਂ ਤਾਂ ਰੋਹਤਕ ਪੀਜੀਆਈ ਦੇ ਵਿੱਚ ਇੱਕ ਮੈਡੀਕਲ ਚੈੱਕਅਪ ਹੁੰਦਾ ਹੈ। ਕਿਸੇ ਦੀ ਵੀ ਜਦੋਂ ਫਰਲੋ ਜਾਂ ਪੈਰੋਲ ਹੁੰਦੀ ਹੈ ਤਾਂ ਉਸ ਸਮੇਂ ਮੈਡੀਕਲ ਚੈੱਕਅਪ ਕਰਵਾਇਆ ਜਾਂਦਾ ਹੈ। ਤਾਂ ਮੈਡੀਕਲ ਚੈੱਕਅਪ ਹੋਏਗਾ ਤੇ ਉਸ ਤੋਂ ਬਾਅਦ ਫਿਰ ਰੁਕ ਕੀਤਾ ਜਾਏਗਾ ਗੁਰੂਗ੍ਰਾਮ ਦਾ, ਜੋ ਸਾਨੂੰ ਜਾਣਕਾਰੀ ਮਿਲ ਰਹੀ ਹੈ। ਤੇ ਉਸ ਤੋਂ ਬਾਅਦ ਡੇਰਾ ਸਿਰਸਾ ਦਾ ਲਾਜ਼ਮੀ ਤੌਰ ਤੇ ਗੁਰਮੀਤ ਰਾਮ ਰਹੀਮ ਰੁਕ ਕਰਦਾ ਨਜ਼ਰ ਆ ਸਕਦਾ ਹੈ। ਪੰਜਾਬ ਆਏਗਾ ਨਹੀਂ ਆਏਗਾ ਰਾਮ ਰਹੀਮ, ਇੱਕ ਵੱਡਾ ਸਵਾਲ ਜ਼ਰੂਰ ਹੈ। ਪੰਜਾਬ ਕਿਉਂਕਿ ਸਲਾਬਤਪੁਰਾ ਬਹੁਤ ਵੱਡਾ ਡੇਰਾ ਹੈ ਔਰ ਮਾਲਵੇ ਦੇ ਕੁਝ ਜ਼ਿਲ੍ਹੇ ਨੇ ਜਿਨ੍ਹਾਂ ਨੂੰ ਅਸੀਂ ਵਾਰ-ਵਾਰ ਤੁਹਾਨੂੰ ਦਿਖਾ ਵੀ ਰਹੇ ਹਾਂ, ਉੱਥੇ ਚੰਗਾ ਪ੍ਰਭਾਵ ਡੇਰੇ ਦਾ ਅੱਜ ਵੀ ਕਿਹਾ ਜਾਂਦਾ ਹੈ। ਬੇਸ਼ੱਕ 2017 ਦੇ ਵਿੱਚ ਸਜ਼ਾ ਸੁਣਾਈ ਗਈ ਹੋਵੇ ਔਰ ਜੋ ਵੀ ਹਾਲਾਤ ਰਹੇ ਹੋਣ ਪਿਛਲੇ 4-5 ਸਾਲਾਂ ਦੇ ਵਿੱਚ, ਪਰ ਡੇਰੇ ਦੇ ਫਾਲੋਅਰਸ ਦੀ ਗਿਣਤੀ ਕੁਝ ਜ਼ਿਆਦਾ ਖਾਸ ਅਸਰ ਉਸ ਦੇ ਉੱਤੇ ਪਿਆ ਨਹੀਂ। ਇੰਪੋਰਟੈਂਟ ਇਹ ਵੀ ਹੈ ਕਿ ਦੇਖੋ, ਪੰਜਾਬ ਦੇ ਵਿੱਚ ਇਲੈਕਸ਼ਨ ਹੋਏ, ਇਲੈਕਸ਼ਨ ਤੋਂ ਬਾਅਦ ਡੇਰੇ ਮੁਖੀ ਨੂੰ ਸਜ਼ਾ ਦੀ ਅਨਾਉਂਸਮੈਂਟ ਹੋ ਗਈ। ਤੁਹਾਨੂੰ ਯਾਦ ਹੋਏਗਾ 2017 ਦੇ ਵਿੱਚ 25 ਅਗਸਤ ਦਾ ਉਹ ਦਿਨ ਸੀ ਜਦੋਂ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਸੀਬੀਆਈ ਅਦਾਲਤ ਦੇ ਵੱਲੋਂ ਉਸ ਨੂੰ ਸਜ਼ਾ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਦੇ ਵਿੱਚ ਸੁਣਾਈ ਗਈ ਸੀ। ਤਾਂ ਇਲੈਕਸ਼ਨ ਤੋਂ 4-5 ਮਹੀਨੇ ਪਹਿਲਾਂ, 4-5 ਮਹੀਨੇ ਬਾਅਦ ਪੰਜਾਬ 'ਚ ਇਲੈਕਸ਼ਨ ਹੋਏ ਸੀ। ਪਿਛਲੀ ਵਾਰ ਵੀ ਮਾਰਚ ਦੇ ਵਿੱਚ ਰਿਜ਼ਲਟ ਆਏ ਸੀ। ਤਾਂ 2017 ਦੇ ਇਲੈਕਸ਼ਨ ਤੋਂ ਬਾਅਦ ਕਰੀਬ 5 ਮਹੀਨੇ ਬਾਅਦ ਜੇਲ੍ਹ ਦੇ ਅੰਦਰ ਗਿਆ ਸੀ ਗੁਰਮੀਤ ਰਾਮ ਰਹੀਮ ਤੇ ਇਸ ਵਾਰ 2022 ਦੇ ਇਲੈਕਸ਼ਨ ਤੋਂ ਕਰੀਬ 10-12 ਦਿਨ ਪਹਿਲਾਂ ਬਾਹਰ ਆ ਰਿਹਾ ਹੈ। ਤਾਂ ਡੇਰਾ ਫੈਕਟਰ ਕਿੰਨਾ ਕੁ ਹੈ, ਕਿਹੜੀਆਂ ਸੀਟਾਂ ਦੇ ਉੱਤੇ, ਉਹ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਡੇਰਾ ਸੱਚਾ ਸੌਦਾ ਦਾ ਸਿਆਸੀ ਪ੍ਰਭਾਵ ਕਿਹਾ ਜਾਂਦਾ ਹੈ ਕਿ ਮਾਲਵੇ ਦੀਆਂ 35 ਤੋਂ 40 ਸੀਟਾਂ ਦੇ ਉੱਤੇ ਹੈ। ਟੋਟਲ 69 ਸੀਟਾਂ ਨੇ, 69 ਮਾਲਵੇ ਦੇ ਵਿੱਚ, ਉਹਨਾਂ ਤੋਂ 35 ਤੋਂ 40 ਸੀਟਾਂ ਦੇ ਉੱਤੇ ਸਿਆਸੀ ਪ੍ਰਭਾਵ ਹੈ। ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪ੍ਰਭਾਵ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ। ਉਹ ਜ਼ਿਲ੍ਹਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ, ਤੁਸੀਂ ਦੱਖਣ ਮਾਲਵੇ ਤੋਂ ਸ਼ੁਰੂ ਹੋ ਜਾਓ। ਜਿਵੇਂ ਸਿਰਸਾ ਦੇ ਨਾਲ ਲੱਗਦੇ ਜਿਹੜੇ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹੇ ਨੇ, ਬਹੁਤ ਜ਼ਬਰਦਸਤ ਉੱਥੇ ਪ੍ਰਭਾਵ ਕਿਹਾ ਜਾਂਦਾ ਹੈ। ਖਾਸ ਤੌਰ ਤੇ ਬਠਿੰਡਾ ਦੇ ਵਿੱਚ, ਖਾਸ ਤੌਰ ਤੇ ਇੱਧਰ ਮਾਨਸਾ ਵਾਲੀ ਪੂਰੀ ਬੈਲਟ, ਸੰਗਰੂਰ ਵਾਲੇ ਪਾਸੇ ਜਾਂ ਤੁਸੀਂ ਪਟਿਆਲਾ ਵਾਲੇ ਪਾਸੇ ਆ ਜਾਓ ਜਾਂ ਪਰਲੇ ਪਾਸੇ ਚਲੇ ਜਾਓ ਤੁਸੀਂ ਜਿਹੜੇ ਬਠਿੰਡਾ ਤੋਂ ਮੁਕਤਸਰ ਜ਼ਿਲ੍ਹੇ ਦੇ ਵਿੱਚ, ਕਿਉਂਕਿ ਮਲੋਟ
ਡੇਰਾ ਸਲਾਬਤਪੁਰਾ ਜਿਹੜਾ ਸਭ ਤੋਂ ਵੱਡਾ ਹੈ ਬਠਿੰਡਾ ਵਾਲਾ, ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਡੇਰਾ ਪੰਜਾਬ ਦੇ ਵਿੱਚ ਸਲਾਬਤਪੁਰਾ ਤੋਂ ਬਾਅਦ ਮਲੋਟ ਦੇ ਵਿੱਚ ਹੈ। ਯਾਨੀ ਮੁਕਤਸਰ ਜ਼ਿਲ੍ਹੇ ਦੇ ਵਿੱਚ ਵੀ ਚੰਗਾ ਪ੍ਰਭਾਵ ਡੇਰੇ ਦਾ ਹੈਗਾ ਹੈ। ਤਾਂ 35 ਤੋਂ 40 ਸੀਟਾਂ ਦਾ ਜ਼ਿਕਰ ਹੋ ਰਿਹਾ ਕਿ ਸੀਟਾਂ ਦੇ ਉੱਤੇ ਜਿਹੜੇ ਡੇਰੇ ਦਾ ਫੈਕਟਰ ਹੈ ਜਾਂ ਡੇਰੇ ਦਾ ਪ੍ਰਭਾਵ ਉਹ 35 ਤੋਂ 40 ਸੀਟਾਂ ਦੇ ਉੱਤੇ ਹੈ। ਮੈਂ ਇੱਕ ਵਾਰ ਤੁਹਾਨੂੰ ਗ੍ਰਾਫਿਕਸ ਦੇ ਵਿੱਚ ਦਿਖਾਣਾ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਅਸਰ ਨਜ਼ਰ ਆ ਸਕਦਾ ਹੈ ਡੇਰਾ ਸੱਚੇ ਸੌਦੇ ਦਾ। ਪਟਿਆਲਾ ਜ਼ਿਲ੍ਹੇ ਦੀਆਂ ਸੀਟਾਂ ਦੇਖੋ, ਪਟਿਆਲਾ ਦੇ ਵਿੱਚ ਜਿਹੜੇ ਹਰਿਆਣੇ ਦੇ ਨਾਲ ਲੱਗਦੀਆਂ ਨੇ, ਪਟਿਆਲਾ ਸ਼ਹਿਰੀ, ਦਿਹਾਤੀ ਤੇ ਉਸ ਤੋਂ ਬਾਅਦ ਘਨੌਰ, ਸਨੌਰ, ਰਾਜਪੁਰਾ, ਇਹਨਾਂ ਦੇ ਵਿੱਚ ਚੰਗਾ ਅਸਰ ਹੈ। ਨਾਭੇ ਦੇ ਵਿੱਚ ਉਹਨਾਂ ਜ਼ਿਆਦਾ ਅਸਰ ਨਹੀਂ ਕਿਹਾ ਜਾਂਦਾ। ਤੇ ਉਸ ਤੋਂ ਬਾਅਦ ਸਮਾਣੇ ਦੀ ਸੀਟ ਦੇ ਉੱਤੇ ਵੀ ਚੰਗਾ ਅਸਰ। ਮੈਂ ਸੰਗਰੂਰ ਵਾਲੇ ਪਾਸੇ ਚਲਿਆ ਜਾਵਾਂ ਤਾਂ ਸੰਗਰੂਰ ਦੇ ਪੂਰੀ ਬੈਲਟ ਦੇ ਵਿੱਚ ਚੰਗਾ ਪ੍ਰਭਾਵ ਕਿਹਾ ਜਾਂਦਾ। ਸੰਗਰੂਰ ਦੀਆਂ ਸੀਟਾਂ ਦੇਖੋ ਤੁਸੀਂ, ਸੰਗਰੂਰ, ਧੂਰੀ, ਉਸ ਤੋਂ ਬਾਅਦ ਦਿੜਬਾ, ਸੁਨਾਮ, ਲਹਿਰਾ, ਇਹ ਸਾਰੀਆਂ ਸੰਗਰੂਰ ਦੀਆਂ ਸੀਟਾਂ, ਇਹਨਾਂ ਦੇ ਉੱਤੇ ਵੀ ਅਸਰ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਜੇ ਬਰਨਾਲੇ ਦਾ ਰੁਖ ਕਰੀਏ ਤਾਂ ਬਰਨਾਲਾ ਬਹੁਤ ਜ਼ਿਆਦਾ ਇਫੈਕਟ ਹੈ। ਇਹ ਕਿਹਾ ਜਾਂਦਾ ਕਿ ਡੇਰੇ ਦਾ ਪ੍ਰਭਾਵ ਬਰਨਾਲਾ ਜ਼ਿਲ੍ਹੇ ਦੇ ਵਿੱਚ ਬਹੁਤ ਹੈ। ਬਰਨਾਲੇ ਦੀਆਂ 3 ਸੀਟਾਂ ਨੇ, ਬਰਨਾਲਾ, ਮਹਿਲ ਕਲਾਂ ਤੇ ਭਦੌੜ। ਇਹ ਸੀਟਾਂ ਦੇ ਉੱਤੇ ਕਿਸ ਤਰੀਕੇ ਦਾ ਪ੍ਰਭਾਵ ਨਜ਼ਰ ਆਏਗਾ ਉਹ ਦੇਖਣ ਵਾਲੀ ਗੱਲ ਰਹੀ ਹੋਏਗੀ। ਔਰ ਮਾਨਸਾ ਦਾ ਤੁਸੀਂ ਦੇਖੋ, ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਮਾਨਸੇ ਦੀਆਂ ਸੀਟਾਂ ਦੇ ਉੱਤੇ ਵੀ ਕਿਹਾ ਜਾ ਰਿਹਾ ਕਿ ਅਸਰ ਨਜ਼ਰ ਆ ਸਕਦਾ ਹੈ। ਬਠਿੰਡੇ ਵਾਲੀਆਂ ਸੀਟਾਂ ਦੇ ਉੱਤੇ ਦੇਖੋ ਤੁਸੀਂ, ਬਠਿੰਡਾ ਦੀ ਸੀਟ ਹੋਵੇ ਜਾਂ ਫਿਰ ਉਸ ਤੋਂ ਬਾਅਦ ਰਾਮਪੁਰਾ ਫੂਲ ਵਾਲੀ ਸੀਟ ਹੋਵੇ, ਉੱਥੇ ਚੰਗਾ ਪ੍ਰਭਾਵ ਕਿਹਾ ਜਾਂਦਾ ਹੈ ਡੇਰੇ ਦਾ। ਪਰ ਮਾਲਵਾ ਤਕਰੀਬਨ ਸਾਰਾ ਇੱਕ ਤਰੀਕੇ ਨਾਲ ਡੇਰੇ ਦਾ ਪ੍ਰਭਾਵ ਨਜ਼ਰ ਆਉਂਦਾ। ਉਹ ਤੁਸੀਂ ਚਾਹੇ ਉਹ ਫਿਰੋਜ਼ਪੁਰ ਵਾਲੇ ਪਾਸੇ ਚਲੇ ਜਾਓ, ਮੋਗੇ ਵਾਲੇ ਪਾਸੇ ਚਲੇ ਜਾਓ, ਲੁਧਿਆਣੇ ਵਾਲੇ ਪਾਸੇ ਚਲੇ ਜਾਓ, ਜਾਂ ਫਿਰ ਮਲੇਰਕੋਟਲਾ ਦੀਆਂ ਕੁਝ ਸੀਟਾਂ ਹੈਗੀਆਂ ਨੇ, ਕਿਉਂਕਿ ਸੰਗਰੂਰ ਜ਼ਿਲ੍ਹੇ ਦਾ ਮੈਂ ਜ਼ਿਕਰ ਕੀਤਾ ਸੀ ਔਰ ਸੰਗਰੂਰ ਪਹਿਲਾਂ ਮਲੇਰਕੋਟਲਾ ਸੰਗਰੂਰ ਦੇ ਵਿੱਚ ਹੀ ਆਉਂਦਾ ਸੀ। ਥੋੜੀ ਦੇਰ ਪਹਿਲਾਂ ਹੀ ਮਲੇਰਕੋਟਲਾ ਜ਼ਿਲ੍ਹਾ ਪੰਜਾਬ ਦਾ 23ਵਾਂ ਬਣਿਆ ਹੈ। ਤਾਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਲੁਧਿਆਣਾ, ਮੋਗਾ, ਇਹ ਤਕਰੀਬਨ ਸਾਰੇ ਜ਼ਿਲ੍ਹੇ ਨੇ ਜਿੱਥੇ ਅਸਰ ਹੈ, ਇੱਕ ਵੱਡਾ ਪ੍ਰਭਾਵ ਹੈ। ਵੱਡੇ ਪ੍ਰਭਾਵ ਤੋਂ ਸਾਡਾ ਭਾਵ ਕੀ ਹੈ? ਵੱਡੇ ਪ੍ਰਭਾਵ ਤੋਂ ਸਾਡਾ ਭਾਵ ਹੈ ਕਿ ਉੱਥੇ ਕਰੀਬ 8-10 ਹਜ਼ਾਰ ਵੋਟ ਜਿਹੜੀ ਜਾਂ ਇਸ ਤੋਂ ਜ਼ਿਆਦਾ ਵੋਟ ਸਿੱਧੇ ਤੌਰ ਦੇ ਉੱਤੇ ਡੇਰੇ ਦੇ ਨਾਲ ਜੁੜੀ ਹੋਈ ਹੈ, ਜੋ ਡੇਰੇ ਦੇ ਕਹਿਣ ਦੇ ਉੱਤੇ ਇੱਕ ਪਾਸੇ ਭੁਗਤ ਸਕਦੀ ਹੈ। ਔਰ ਜੇ ਤੁਸੀਂ ਹੁਣ ਪ੍ਰਭਾਵ ਦੀ ਗੱਲ ਕਰੋ ਤਾਂ ਬਾਕੀ ਜ਼ਿਲ੍ਹਿਆਂ 'ਚ ਵੀ ਹੈ। ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਡੇਰੇ ਦੇ ਸਮਰਥਕ ਲਾਜ਼ਮੀ ਤੌਰ ਤੇ ਹੈਗੇ ਨੇ, ਮੋਹਾਲੀ ਦੇ ਵਿੱਚ ਵੀ, ਰੋਪੜ ਦੇ ਜਾਂ ਪੰਜਾਬ ਦੇ ਹੋਰ ਜ਼ਿਲ੍ਹਿਆਂ 'ਚ ਵੀ ਹੋਣਗੇ। ਪਰ ਹੋ ਸਕਦਾ ਹੈ ਕਿ ਉਹਨਾਂ ਸੀਟਾਂ ਦੇ ਉੱਤੇ 1000-2000 ਉਹਨਾਂ ਦੀ ਤਾਦਾਦ ਹੋਵੇ, ਹੋ ਸਕਦਾ ਉਸ ਤੋਂ ਜ਼ਿਆਦਾ ਵੀ ਹੋਵੇ। ਇਹ ਕਿਆਸ ਲਗਾਏ ਜਾਂਦੇ ਨੇ ਜੋ ਜਾਣਕਾਰੀ ਹੈ। ਔਰ ਇਹਨਾਂ ਸੀਟਾਂ ਦੇ ਉੱਤੇ ਜੇ 1000-2000, ਕਿਉਂਕਿ ਇਸ ਵਾਰੀ 5 ਕੋਣੀ ਮੁਕਾਬਲਾ ਹੈ ਪੰਜਾਬ ਦੇ ਵਿੱਚ, ਜੇ ਇੱਕ ਪਾਸੇ 2000-3000 ਵੋਟ ਜ਼ਿਆਦਾ ਭੁਗਤ ਗਈ ਤਾਂ ਕਿਸੇ ਉਮੀਦਵਾਰ ਦਾ ਪੂਰਾ ਖੇਡ ਖਰਾਬ ਹੋ ਸਕਦਾ ਹੈ। ਤਾਂ ਡੇਰੇ ਦਾ ਫੈਕਟਰ 35 ਤੋਂ 40 ਸੀਟਾਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਕਿਹਾ ਜਾ ਰਿਹਾ ਹੈ। ਔਰ ਪੰਜਾਬ ਭਰ ਦੇ ਵਿੱਚ ਖਾਸ ਤੌਰ ਤੇ ਮਾਲਵੇ 'ਚ ਅਸਰ ਹੈ, ਫਿਰ ਦੁਆਬੇ 'ਚ ਥੋੜਾ ਜਿਹਾ ਅਸਰ ਹੈ, ਮਾਝੇ ਦੇ ਵਿੱਚ ਬਹੁਤ ਘੱਟ ਅਸਰ ਕਿਹਾ ਜਾਂਦਾ ਹੈ ਡੇਰੇ ਦੇ ਫਾਲੋਅਰਸ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ। ਤਾਂ 35 ਤੋਂ 40 ਸੀਟਾਂ ਇਹ ਇਸ ਕਰਕੇ ਵੀ ਹੈ ਕਿਉਂਕਿ ਇਲੈਕਸ਼ਨ ਤੋਂ 10-12 ਦਿਨ ਪਹਿਲਾਂ ਬਾਹਰ ਆਏ ਨੇ। ਔਰ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਗੁਰਮੀਤ ਰਾਮ ਰਹੀਮ ਬੰਦ ਹੈ। ਤਾਂ ਕੀ ਇੱਕ ਵੱਡੀ ਭੂਮਿਕਾ ਹੁਣ ਇਲੈਕਸ਼ਨ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਵੱਲੋਂ ਨਿਭਾਈ ਜਾ ਸਕਦੀ ਹੈ, ਡੇਰੇ ਦੇ ਵੋਟਰਾਂ ਦੇ ਵੱਲੋਂ ਨਿਭਾਈ ਜਾ ਸਕਦੀ ਹੈ? ਇਹ ਬਹੁਤ ਅਹਿਮ ਹੈ। ਅੱਜ ਦੀ ਵੱਡੀ ਖਬਰ ਹੈ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ। ਆਪਾਂ ਕਹਿੰਦੇ ਹਾਂ ਕਿ ਪੰਜਾਬ ਦੀ ਸਿਆਸਤ ਜਾਂ ਕੋਈ ਵੀ ਕਿਸੇ ਵੀ ਸੂਬੇ ਦੀ ਸਿਆਸਤ ਹੋਵੇ ਉਹ ਕੁਝ ਦਿਨਾਂ ਦੇ ਵਿੱਚ ਬਦਲ ਜਾਂਦੀ ਹੈ। ਤਾਂ ਇਹ ਉਹ ਟਰਨਿੰਗ ਪੁਆਇੰਟ ਹੋ ਸਕਦਾ ਹੈ ਗੁਰਮੀਤ ਰਾਮ ਰਹੀਮ ਦਾ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ, ਜੋ ਪੰਜਾਬ ਦੇ ਇਲੈਕਸ਼ਨਾਂ ਨੂੰ ਪੂਰਾ ਘੁਮਾ ਕੇ ਰੱਖ ਸਕਦਾ ਹੈ। ਇਹ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਬਹੁਤ ਵੱਡਾ ਪ੍ਰਭਾਵ ਹੈ ਬਹੁਤ ਸਾਰੀਆਂ ਸੀਟਾਂ ਦੇ ਉੱਤੇ। ਇਸ ਸਮੇਂ ਮਾਲਵੇ ਦੀਆਂ ਸੀਟਾਂ ਦੇ ਉੱਤੇ ਜ਼ਬਰਦਸਤ ਟੱਕਰ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਸਾਡੇ ਪੱਖ ਦੇ ਵਿੱਚ ਹਵਾ ਹੈ। ਭਦੌੜ ਪਹੁੰਚੇ ਮੁੱਖ ਮੰਤਰੀ ਲੜਨ ਦੇ ਲਈ, ਉਹਨਾਂ ਨੂੰ ਲੱਗਦਾ ਕਿ ਅਸੀਂ ਇਹਨਾਂ ਸੀਟਾਂ ਦੇ ਉੱਤੇ ਆਪਣੀ ਪਹੁੰਚ ਬਣਾ ਲਵਾਂਗੇ। ਕਾਂਗਰਸ ਜਾਂ ਫਿਰ ਅਕਾਲੀ ਦਲ ਨੂੰ ਲੱਗਦਾ ਕਿ ਸਾਡੀ ਬਹੁਤ ਪਹੁੰਚ ਹੈ। ਪਰ ਡੇਰੇ ਦੇ ਸਮਰਥਕ ਕਿਹੜੇ ਪਾਸੇ ਜਾ ਕੇ ਭੁਗਤਦੇ ਨੇ, ਇਹ ਇੱਕ ਵੱਡਾ ਸਵਾਲ ਹੁਣ ਲਾਜ਼ਮੀ ਤੌਰ ਤੇ ਹੋਏਗਾ। ਔਰ ਗੁਰਮੀਤ ਰਾਮ ਰਹੀਮ ਕਿਸੇ ਵੀ ਵੇਲੇ ਜੇਲ੍ਹ ਤੋਂ ਬਾਹਰ ਆ ਸਕਦਾ ਹੈ। 21 ਦਿਨ ਦੀ ਪੈਰੋਲ ਹੈ। ਇਲੈਕਸ਼ਨ ਤੱਕ ਤਾਂ ਹੁਣ ਜੇਲ੍ਹ ਤੋਂ ਬਾਹਰ ਹੀ ਗੁਰਮੀਤ ਰਾਮ ਰਹੀਮ ਰਹੇਗਾ। ਯਾਨੀ ਗੁਰਮੀਤ ਰਾਮ ਰਹੀਮ ਚਾਹੇ ਡੇਰਾ ਸਿਰਸਾ ਦੇ ਵਿੱਚ ਹੀ ਰਹੇ, ਹੋ ਸਕਦਾ ਕਿ ਕੁਝ ਰਿਸਟ੍ਰਿਕਸ਼ਨਸ ਲਗਾ ਦਿੱਤੀਆਂ ਗਈਆਂ ਹੋਣ ਕਿ ਤੁਸੀਂ ਪੰਜਾਬ ਜਾ ਸਕਦੇ ਹੋ। ਇਹ ਬਹੁਤ ਸਾਰੀਆਂ ਚੀਜ਼ਾਂ ਜੇ ਖੁੱਲ ਕੇ ਸਾਹਮਣੇ ਆਉਣਗੀਆਂ ਜਦੋਂ ਪੂਰੇ ਆਰਡਰਸ ਦੀ ਕਾਪੀ ਆਉਂਦੀ ਹੈ ਜੋ ਫਰਲੋ ਦਿੱਤੀ ਗਈ ਹੈ। ਹੋ ਸਕਦਾ ਹੈ ਅਜਿਹੀ ਵੀ ਕੋਈ ਉਸ ਦੇ ਵਿੱਚ ਤਾਕੀਦ ਕੀਤੀ ਗਈ ਹੋਵੇ ਕਿ ਤੁਸੀਂ ਸਿਰਫ ਸਿਰਸਾ ਡੇਰੇ ਹੀ ਰਹਿਣਾ ਹੈ, ਡੇਰਾ ਸਿਰਸਾ ਦੇ ਵਿੱਚ ਰਹੋਗੇ, ਹੋਰ ਕਿਤੇ ਨਹੀਂ ਜਾਣਾ। ਹਾਲਾਂਕਿ ਇਹ ਕਲੀਅਰ ਨਹੀਂ ਹੈ ਅਜੇ। ਤਾਂ ਜੇ ਉਹ ਨਹੀਂ ਵੀ ਆਉਂਦੇ, ਅੱਜ ਕੱਲ੍ਹ ਡਿਜੀਟਲ ਹੈ ਪੂਰਾ ਜ਼ਮਾਨਾ, ਤਾਂ ਹੋ ਸਕਦਾ ਹੈ ਕਿ ਡੇਰੇ ਦੇ ਅੰਦਰੋਂ ਬੈਠ ਕੇ ਵੀ ਰੋਜ਼ ਸੰਬੋਧਨ ਹੋਵੇ, ਤਾਂ ਉਹ ਵੀ ਇੱਕ ਮੈਸੇਜ ਜਿਹੜਾ ਆਪਣੇ ਫਾਲੋਅਰਸ ਤੱਕ ਪਹੁੰਚਾਉਣ ਦੀ ਕੋਸ਼ਿਸ਼ ਲਾਜ਼ਮੀ ਤੌਰ ਤੇ ਡੇਰਾ ਮੁਖੀ ਦੇ ਵੱਲੋਂ ਕੀਤੀ ਜਾ ਸਕਦੀ ਹੈ। ਔਰ ਕਿਸੇ ਵੀ ਵਕਤ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਰਾਮ ਰਹੀਮ।